ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਜੀ। ਮੇਰੇ ਵੱਲੋਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਪਰਮੇਸ਼ਰ ਨੇ ਫਿਰ ਸਾਨੂੰ ਸਮਾਂ ਦਿੱਤਾ ਕਿ ਉਸਦੇ ਵਚਨ ਦੇ ਦੁਆਰਾ ਅਸੀਂ ਸਿੱਖ ਸਕੀਏ। ਤੇ ਅੱਜ ਦੇ ਵਚਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਛੋਟੀ ਜਿਹੀ ਦੁਆ ਕਰਾਂਗੇ। ਆਓ ਸਾਰੇ ਅੱਖਾਂ ਨੂੰ ਬੰਦ ਕਰਦੇ ਹਾਂ, ਪ੍ਰਾਰਥਨਾ ਕਰਾਂਗੇ। ਪਵਿੱਤਰ 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 ਪਰਮੇਸ਼ਰ, ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ, ਪਿਤਾ ਅੱਜ ਦੇ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡਾ ਸ਼ੁਕਰ ਕਰਦੇ ਹਾਂ ਪਿਤਾ ਪਰਮੇਸ਼ਰ ਜੀ। ਇਹ ਸਮਾਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਤੁਸੀਂ ਦਿੱਤਾ ਪਿਆਰੇ ਪਿਤਾ ਪਰਮੇਸ਼ਰ ਜੀ। ਅੱਜ ਦੇ ਵਚਨ ਦੇ ਦੁਆਰਾ ਪਿਤਾ ਪਰਮੇਸ਼ਰ ਤੇਰੇ ਨਾਮ ਨੂੰ ਮਹਿਮਾ ਮਿਲੇ ਪਿਤਾ ਪਰਮੇਸ਼ਰ। ਇਸ ਵਚਨ ਦੇ ਦੁਆਰਾ ਪਿਤਾ ਪਰਮੇਸ਼ਰ ਤੇਰੇ ਬੱਚੇ ਸਿੱਖ ਸਕਣ ਪਿਤਾ ਪਰਮੇਸ਼ਰ। ਤੇ ਪਿਤਾ ਪਰਮੇਸ਼ਰ ਇਹ ਆਪਣੇ ਮਨ ਦੇ ਉੱਤੇ ਪਿਤਾ ਪਰਮੇਸ਼ਰ ਕੰਟਰੋਲ ਕਰ ਸਕਣ। ਪਵਿੱਤਰ ਆਤਮਾ ਜੀ ਤੁਸੀਂ ਅਗਵਾਈ ਕਰਨਾ ਪਿਤਾ ਪਰਮੇਸ਼ਰ, ਇਹਨਾਂ ਦੀ ਮਦਦ ਕਰਨਾ, ਸਹਾਇਤਾ ਕਰਨਾ। ਮੈਂ ਆਪਣੇ ਆਪ ਨੂੰ ਵੀ ਤੁਹਾਡੇ ਪਵਿੱਤਰ ਹੱਥਾਂ ਵਿੱਚ ਦਿੰਦਾ, ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ ਆਮੀਨ। ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਮੇਰਾ ਵਿਸ਼ਵਾਸ ਹੈ ਕਿ ਤੁਸੀਂ ਸਭ ਬਲੈਸ ਹੋ, ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਸਭ ਖੁਸ਼ ਹੋ, ਮੇਰਾ ਵਿਸ਼ਵਾਸ ਹੈ। ਹਾਲੇਲੂਇਆ। ਜੋ ਅਸੀਂ ਪਿਛਲੀ ਟੌਪਿਕ ਦੇ ਵਿੱਚ ਅਸੀਂ ਦੇਖਿਆ ਸੀਗਾ ਕਿ ਪਰਮੇਸ਼ਰ ਜੋ ਸਾਡੇ ਮਨ ਦੇ ਵਿੱਚ ਕਲਪਨਾਵਾਂ ਉੱਠਦੀਆਂ ਆ, ਤੇ ਜਿਹੜਾ ਅਸੀਂ ਵਚਨ ਪੜ੍ਹਿਆ ਸੀਗਾ ਦੂਸਰਾ ਕੁਰਿੰਥੀਆਂ ਉਸ ਦਾ 10ਵਾਂ ਅਧਿਆਇ ਉਹਦੀ 3, 4, 5 ਆਇਤ ਅਸੀਂ ਪੜ੍ਹੀ ਸੀਗੀ। ਤੇ ਉਸ ਆਇਤ ਨੂੰ, ਉਸ ਕਲਪਨਾਵਾਂ ਦੇ ਬਾਰੇ ਅੱਗੇ ਥੋੜ੍ਹਾ ਜਿਹਾ ਹੋਰ ਦੇਖਾਂਗੇ ਕਿ ਜਿਹੜੀਆਂ ਕਲਪਨਾਵਾਂ ਸਾਡੇ ਮਨ ਦੇ ਵਿੱਚ ਉੱਠਦੀਆਂ ਆ, ਇਹ ਸਾਨੂੰ ਕਿੱਥੋਂ ਵਧਣ ਤੋਂ ਰੋਕਦੀਆਂ ਆ। ਸਭ ਤੋਂ ਪਹਿਲਾਂ ਮੈਂ ਵਚਨ ਨੂੰ ਫਿਰ ਤੋਂ ਰਿਪੀਟ ਕਰਾਂਗਾ, ਉਸੇ ਵਚਨ ਨੂੰ। ਦੂਸਰਾ ਕੁਰਿੰਥੀਆਂ ਉਹਦਾ 10ਵਾਂ ਅਧਿਆਇ ਉਹਦੀ 4 आयत। क्योंकि हमारी लड़ाई के हथियार शारीरिक नहीं पर गढ़ों को ढा देने के लिए परमेश्वर के द्वारा सामर्थी हैं। हालेलुया। गढ़ों, इत्थे एक शब्द आया गढ़ों। गढ़ का मतलब होंदा मजबूत किला, ਜਿਹੜੀ ਚੀਜ਼ ਆਸਾਨੀ ਦੇ ਨਾਲ ਢਾਈ ਨਾ ਜਾ ਸਕੇ। गढ़ मजबूत, गढ़ों को ढा देने के लिए परमेश्वर के द्वारा सामर्थी हैं, इसलिए हम कल्पनाओं का, हालेलुया, और हर एक ऊंची बात का जो परमेश्वर के पहचान के विरोध में उठती है खंडन करते हैं। कल्पना और ऊंची बात, ਜਿਹੜੀਆਂ ਅਸੀਂ ਕਲਪਨਾਵਾਂ ਪਿਛਲੇ ਟੌਪਿਕ ਦੇ ਵਿੱਚ ਵੀ ਦੇਖਿਆ, ਉਸ ਕਲਪਨਾਵਾਂ ਕਿਸ ਤਰ੍ਹਾਂ ਕੀ ਕਰਦੀਆਂ ਕਿ ਸਾਨੂੰ ਪਰਮੇਸ਼ਰ ਦੀ ਪਹਿਚਾਣ ਦੇ ਵਿੱਚ ਵਧਣ ਤੋਂ ਰੋਕਦੀਆਂ ਆ। ਜਿਹੜੀਆਂ ਕਲਪਨਾਵਾਂ ਸਾਡੇ ਮਨ ਦੇ ਵਿੱਚ ਉੱਠਦੀਆਂ ਆ, ਉਹ ਪਰਮੇਸ਼ਰ ਦੇ ਨਜ਼ਦੀਕ ਜਾਣ ਤੋਂ ਸਾਨੂੰ ਰੋਕਦੀਆਂ ਆ। ਅਸੀਂ ਅਗਰ ਸਾਡੇ ਮਨ ਦੇ ਵਿੱਚ ਕਲਪਨਾਵਾਂ ਸਹੀ ਨਹੀਂ ਹੈਗੀਆਂ, ਅਸੀਂ ਪਰਮੇਸ਼ਰ ਦੇ ਨਜ਼ਦੀਕ ਨਹੀਂ ਜਾ ਸਕਦੇ। ਹਾਲੇਲੂਇਆ। ਉਹ ਕਲਪਨਾਵਾਂ ਕਿਸੇ ਦੇ ਪ੍ਰਤੀ ਵੀ ਹੋ ਸਕਦੀਆਂ, ਪਰਮੇਸ਼ਰ ਦੇ ਪ੍ਰਤੀ ਹੋ ਸਕਦੀਆਂ, ਦੂਸਰੇ ਇਨਸਾਨਾਂ ਦੇ ਪ੍ਰਤੀ ਹੋ ਸਕਦੀਆਂ। ਅਗਰ ਤੁਸੀਂ ਕਲਪਨਾ ਦੇ ਬਾਰੇ ਇਸ ਵਾਰ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਪਿਛਲੇ ਹਿੱਸੇ ਨੂੰ ਦੇਖ ਸਕਦੇ ਆ। ਕਲਪਨਾਵਾਂ ਜਿਸ ਤਰ੍ਹਾਂ ਜਿਹੜਾ ਹਰ ਇੱਕ ਇਨਸਾਨ ਦੇ ਪ੍ਰਤੀ ਇਨਸਾਨ ਦੇ ਮਨ ਦੇ ਵਿੱਚ ਕਲਪਨਾ ਉੱਠਦੀਆਂ। ਤੁਹਾਡੇ ਮਨਾਂ ਦੇ ਵਿੱਚ, ਤੁਹਾਡੇ ਮਾਈਂਡ ਦੇ ਵਿੱਚ ਬਹੁਤ ਸਾਰੀਆਂ ਹਰ ਸਮੇਂ ਕਲਪਨਾਵਾਂ ਉੱਠਦੀਆਂ ਰਹਿੰਦੀਆਂ ਆ। ਬਾਈਬਲ ਕਹਿੰਦੀ ਆ ਮਨ ਤੋਂ ਸਭ ਵਸਤੂ ਸੇ ਅਧਿਕ ਧੋਖਾ ਦੇਣੇ ਵਾਲੀ ਵਸਤੂ ਹੈ, ਚੀਜ਼ ਹੈ। ਜਦੋਂ ਅਸੀਂ ਕਹੋਤਾਂ ਦੀ ਕਿਤਾਬ ਉਹਦਾ 4 अध्याय ਉਹਦੀ 23 आयत पढ़ते, ਉੱਥੇ लिखा सबसे अधिक अपने मन की रक्षा कर क्योंकि जीवन का मूल स्रोत वही है। हालेलुया। सबसे अधिक अपने मन की रक्षा कर। परमेश्वर ਦਾ ਵਚਨ ਕਹਿੰਦਾ ਸਭ ਨਾਲੋਂ ਅਧਿਕ ਕੀ ਕਰ, ਆਪਣੇ ਮਨ ਦੀ, ਮਨ ਦੀ ਕੀ ਕਰਨੀ ਆ, ਰੱਖਿਆ ਕਰਨੀ ਹੈ। ਕਿਉਂਕਿ ਜੀਵਨ ਦਾ ਮੁੱਲ ਸਰੋਤ ਵਹੀ ਹੈ। ਇਸ ਆਪਣੇ ਮਨ ਦੇ ਦੁਆਰਾ ਅਸੀਂ ਜੀਵਨ ਨੂੰ ਵੀ ਪਾ ਸਕਦੇ ਹਾਂ ਤੇ ਮੌਤ ਨੂੰ ਵੀ ਪਾ ਸਕਦੇ ਹਾਂ। ਅਨੰਤ ਜੀਵਨ ਨੂੰ ਵੀ ਪਾ ਸਕਦੇ ਹਾਂ ਤੇ ਅਨੰਤ ਮੌਤ ਨੂੰ ਵੀ ਪਾ ਸਕਦੇ ਹਾਂ। ਸਾਡਾ ਜਿਹੜਾ ਮਨ ਹੈ, ਅਸੀਂ ਉਹਨੂੰ ਕੀ ਕਰਨਾ, ਉਹਦੀ ਰੱਖਿਆ ਕਰਨੀ ਪੈਣੀ ਆ। ਬਚਨ ਕੀ ਕਹਿੰਦਾ, ਸਭ ਸੇ ਅਧਿਕ ਆਪਣੇ ਮਨ ਕੀ ਕਰ, ਰੱਖਿਆ ਕਰ। ਸਾਨੂੰ ਲੋੜ ਹੈ ਆਪਣੇ ਹਰੇਕ ਵਿਸ਼ਵਾਸੀ ਨੂੰ, ਜਦੋਂ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਆ ਜਾਂਦੇ ਹਾਂ, ਸਾਡਾ ਮਨ ਦੇ ਅੰਦਰ ਜੋ ਉੱਠਦੇ ਸਵਾਲ ਹੈ, ਉੱਠਦੀਆਂ ਕਲਪਨਾਵਾਂ ਆ, ਨੈਗੇਟਿਵ ਥੋਟ ਹੈ, ਪੋਜ਼ਿਟਿਵ ਥੋਟ ਹੈ, ਇਹਨਾਂ ਦੇ ਉੱਤੇ ਕੀ ਕਰਨਾ ਪੈਣਾ, ਕਾਬੂ ਪਾਉਣਾ ਪੈਣਾ ਆ। ਜਿਸ ਤਰ੍ਹਾਂ ਇੱਕ ਘੋੜੇ ਨੂੰ
ਕਾਬੂ ਕਰਨ ਦੇ ਲਈ ਉਹਦੇ ਕੀ ਪਾਈ ਜਾਂਦੀ ਆ, ਲਗਾਮ ਪਾਈ ਜਾਂਦੀ ਆ। ਇਸੇ ਤਰ੍ਹਾਂ ਇੱਕ ਅਗਰ ਇੱਕ ਕਿਸ਼ਤੀ ਨੂੰ, ਇੱਕ ਜਹਾਜ਼ ਨੂੰ, ਜਿਹੜਾ ਸਮੁੰਦਰੀ ਜਹਾਜ਼ ਹੁੰਦਾ ਆ, ਉਸ ਨੂੰ ਕੰਟਰੋਲ ਕਰਨਾ ਹੁੰਦਾ, ਉਹ ਇੱਕ ਛੋਟੀ ਜਿਹੀ ਪਤਵਾਰ ਦੇ ਨਾਲ ਕੰਟਰੋਲ ਕੀਤਾ ਜਾਂਦਾ ਆ। ਅਗਰ ਅਸੀਂ ਗੱਡੀ ਲੈਂਦੇ ਆ, ਗੱਡੀ ਨੂੰ ਕੰਟਰੋਲ ਕਰਨ ਦੇ ਲਈ ਉਹਨੂੰ ਸੱਜੇ ਖੱਬੇ ਮੋੜਨ ਨੂੰ ਸਟੀਅਰਿੰਗ ਦੀ ਲੋੜ ਪੈਂਦੀ ਆ। ਉਹ ਸਟੀਅਰਿੰਗ ਦੇ ਦੁਆਰਾ ਕੀ ਕੀਤਾ ਜਾਂਦਾ ਆ, ਅਸੀਂ ਉਹਨੂੰ ਕੰਟਰੋਲ ਕਰਦੇ ਆ ਤੇ ਉਹ ਕਿਸ ਦਿਸ਼ਾ ਦੇ ਵੱਲ ਜਾਣੀ ਆ, ਅਸੀਂ ਉਸ ਸਟੀਅਰਿੰਗ ਦੇ ਨਾਲ ਉਸਨੂੰ ਉਸ ਦਿਸ਼ਾ ਵੱਲ ਲੈ ਕੇ ਜਾਂਦੇ ਆ। ਜਿਹੜਾ ਸਾਡਾ ਮਨ ਹੈ ਉਹ ਵੀ ਸਾਨੂੰ ਜੀਵਨ ਤੇ ਮੌਤ ਦੇ ਵੱਲ ਲੈ ਕੇ ਜਾਂਦਾ ਆ। ਹਾਲੇਲੂਇਆ। ਸਾਡਾ ਮਨ, ਕਿਉਂਕਿ ਬਾਈਬਲ ਕਹਿੰਦੀ ਆ ਸਭ ਸੇ ਅਧਿਕ ਆਪਣੇ मन की कर, चौकसी कर, रक्षा कर, चौकसी का नींद ईमान दी, क्योंकि जीवन का मूल्य स्रोत वही है। मतलब मूल्य मतलब शुरुआत, ये इत्थों साडे जीवन की शुरुआत होंदी है साडे मन तो। हालेलुया। ਜਿਹੜੀਆਂ कल्पनावां साडे अंदर उठदियां आ, हर एक ऊंची बात, 5 आयत कहती है, इसलिए हम कल्पनाओं का, कल्पनावां उठदियां किद्दां आ। बाइबल दे विच एक एग्जाम्पल लिखांगे लूसीफर दे बारे। ਜਦੋਂ ਅਸੀਂ ਲੂਸੀਫਰ ਦੇ ਬਾਰੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਉਹ ਆਕਾਸ਼ ਤੋਂ ਡਿੱਗਿਆ, ਕਿਸ ਤਰ੍ਹਾਂ ਉਹ ਪਰਮੇਸ਼ਰ ਨੇ ਉਸ ਨੂੰ ਆਕਾਸ਼ ਦੇ ਵਿੱਚ, ਸਵਰਗ ਦੇ ਵਿੱਚ ਆਪਣੀ ਮਹਿਮਾ ਕਰਨ ਤੋਂ ਉਸ ਨੂੰ ਗਿਰਾ ਦਿੱਤਾ। ਲੂਸੀਫਰ ਉਹ ਸਵਰਗਦੂਤ ਸੀਗਾ ਜਿਹੜਾ ਪਰਮੇਸ਼ਰ ਦੀ ਵਰਸ਼ਿਪ ਕਰਦਾ ਹੁੰਦਾ ਸੀਗਾ ਤੇ ਜਿਹੜਾ ਪਰਮੇਸ਼ਰ ਦਾ ਪ੍ਰਿਯ ਸੀਗਾ, ਪਰਮੇਸ਼ਰ ਦੇ ਜਿਹੜਾ ਨਜ਼ਦੀਕ ਸੀਗਾ, ਜਿਹੜਾ ਸਭ ਨਾਲੋਂ ਸੁੰਦਰ ਸੀਗਾ, ਉਹ ਸਵਰਗ ਦੇ ਵਿੱਚੋਂ ਗਿਰਾਇਆ ਗਿਆ। ਜਦੋਂ ਅਸੀਂ ਕੱਢਾਂਗੇ ਵਚਨ, ਕੱਢਾਂਗੇ ਯਸ਼ਾਇਆ ਉਹਦਾ 14ਵਾਂ ਅਧਿਆਇ ਉਹਦੀ 12 ਆਇਤ ਦੇ ਵਿੱਚ ਲਿਖਿਆ ਵਾ ਆ, ਜਿਹੜਾ ਲੂਸੀਫਰ ਦੇ ਬਾਰੇ ਕੀ ਲਿਖਿਆ ਵਾ। ਜਿਹੜਾ ਲੂਸੀਫਰ ਜਦੋਂ ਸਵਰਗ ਦੇ ਵਿੱਚ ਸੀਗਾ, ਉਹਦੀਆਂ ਕਲਪਨਾਵਾਂ ਦੇ ਵਿੱਚ ਕੀ ਹੋਇਆ, ਉਹਨੇ ਆਪਣੇ ਮਨ ਦੇ ਵਿੱਚ ਕਲਪਨਾਵਾਂ ਕੀਤੀਆਂ, ਮਤਲਬ ਸੋਚਣਾ ਸ਼ੁਰੂ ਕੀਤਾ। ਕੀ ਸੋਚਣਾ ਸ਼ੁਰੂ ਕੀਤਾ? हे बोर के चमकने वाले तारे, तू कैसे आकाश से गिर पड़ा है, तू जो जाति जाति को हरा देता था, तू अब कैसे कटकर भूमि पर गिराया गया है। तू मन में, किथे मन दे विच, शैतान की करदा सीगा, मन दे विच की कीता सीगा, उन्हें कल्पना कीती सी। तू मन में कहता तो था मैं स्वर्ग पर चढ़ूंगा, मैं अपने सिंहासन को ईश्वर के तारागण से अधिक ऊंचा करूंगा और उत्तर दिशा की शोर पर सभा के पर्व पर विराजूंगा। मैं मेघों से भी ऊंचे स्थानों को ऊपर चढ़ूंगा, मैं परम प्रधान के तुल्य हो जाऊंगा, परंतु तू अधोलोक में उस गड्ढे की तरह तय तक उतारा जाएगा, तो उस गड्ढे की तय तक उतारा जाएगा। ਇੱਥੇ ਕੀ ਹੋਇਆ? ਸ਼ੈਤਾਨ ਜਦੋਂ ਸਵਰਗ ਦੇ ਵਿੱਚ ਸੀਗਾ, ਜਿਹੜਾ ਲੂਸੀਫਰ ਸੀਗਾ, ਸਵਰਗ ਦੇ ਵਿੱਚ ਪਰਮੇਸ਼ਰ ਦੀ ਆਰਾਧਨਾ ਕਰਦਾ ਸੀਗਾ, ਤੇ ਉਹਨੇ ਕੀ ਕੀਤਾ ਕਿ ਜਿਹੜਾ ਮੈਂ ਆਪਣਾ ਸਿੰਘਾਸਣ ਹੈ ਕੀ ਕਰੂੰਗਾ, ਪਰਮੇਸ਼ਰ ਤੋਂ ਵੀ ਉੱਚਾ ਲੈ ਕੇ ਜਾਊਂਗਾ। ਪਰ ਉਹ ਲੈ ਕੇ ਨਹੀਂ ਸੀਗਾ ਗਿਆ, ਉਹਨੇ ਮਨ ਦੇ ਵਿੱਚ ਕਲਪਨਾ ਕੀਤੀ ਸੀਗੀ, ਸੋਚਿਆ ਸੀਗਾ ਮਨ ਦੇ ਵਿੱਚ। ਉਸ ਦੀ ਕਲਪਨਾਵਾਂ ਨੇ ਉਸ ਲੂਸੀਫਰ ਨੂੰ, ਜਿਹੜਾ ਜਿਸ ਨੂੰ ਅੱਜ ਸ਼ੈਤਾਨ ਕਹਿੰਦੇ ਆ, ਉਸ ਲੂਸੀਫਰ ਨੂੰ ਸ਼ੈਤਾਨ ਦੇ ਵਿੱਚ ਬਦਲ ਦਿੱਤਾ। ਜਦੋਂ ਉਸਨੇ ਸੋਚਿਆ ਨਹੀਂ ਸੀਗਾ ਮਨ ਦੇ ਵਿੱਚ ਕਿ ਮੈਂ ਪਰਮੇਸ਼ਰ ਤੋਂ ਉੱਚਾ ਜਾਊਂਗਾ, ਉਸ ਤੋਂ ਪਹਿਲਾਂ ਉਹ ਲੂਸੀਫਰ ਸੀਗਾ। ਜਦੋਂ ਉਸਨੇ ਸੋਚ ਲਿਆ ਕਿ ਮੈਂ ਪਰਮੇਸ਼ਰ ਤੋਂ ਉੱਚਾ ਜਾਵਾਂਗਾ, ਤਾਂ ਉਹ ਸ਼ੈਤਾਨ ਬਣ ਗਿਆ ਤੇ ਪਰਮੇਸ਼ਰ ਨੇ ਉਸ ਨੂੰ ਗਿਰਾ ਦਿੱਤਾ, ਸਿੱਟ ਦਿੱਤਾ ਉਸ ਸਥਾਨ ਦੇ ਵਿੱਚੋਂ। ਹਾਲੇਲੂਇਆ। ਇਹ ਜਿਹੜਾ ਸਭ ਤੋਂ ਸੁੰਦਰ एंजल्स ਸੀਗਾ, ਇਹਦੀਆਂ ਕਲਪਨਾਵਾਂ ਕੀ ਆਈਆਂ? ਇਹਦੇ ਮਨ ਦੇ ਵਿੱਚ ਕਲਪਨਾਵਾਂ ਆਈਆਂ। ਹੋਰ ਕੀ ਆਇਆ? ਉੱਚੀਆਂ ਗੱਲਾਂ, ਹਰ ਉੱਚੀ ਬਾਤ ਕੋ, ਇਹਦੇ ਮਨ ਦੇ ਵਿੱਚ ਕਲਪਨਾਵਾਂ, ਉੱਚੀਆਂ ਗੱਲਾਂ ਆਈਆਂ ਕਿ ਮੈਂ ਪਰਮੇਸ਼ਵਰ ਤੋਂ ਵੀ ਉੱਚਾ ਜਾਊਂਗਾ ਤੇ ਆਪਣਾ ਜਿਹੜਾ ਸਿੰਘਾਸਣ ਹੈ ਉੱਚੇ ਸਥਾਨ ਤੇ ਲਗਾਊਂਗਾ, ਸਭ ਨਾਲੋਂ ਉੱਚਾ। ਇਹਦੇ ਮਨ ਦੇ ਵਿੱਚ, ਸ਼ੈਤਾਨ ਦੇ ਮਨ ਦੇ ਵਿੱਚ ਇਹ ਕਲਪਨਾਵਾਂ ਆਈਆਂ। ਉਸ ਕਲਪਨਾਵਾਂ ਨੇ ਸ਼ੈਤਾਨ ਨੂੰ ਥੱਲੇ ਗਿਰਾ ਦਿੱਤਾ, ਜ਼ਮੀਨ ਉੱਤੇ ਸੁੱਟ ਦਿੱਤਾ ਗਿਆ। ਹਾਲੇਲੂਇਆ। ਤੇ ਪਰਮੇਸ਼ਰ ਨੇ ਇਸ ਨੂੰ ਸਵਰਗ ਦੇ ਵਿੱਚ ਨਹੀਂ ਰੱਖਿਆ। ਕਿਉਂ? ਕਿਉਂਕਿ ਇਸ ਦੇ ਮਨ ਦੇ ਵਿੱਚ ਕੀ ਕਲਪਨਾ ਆਈ ਸੀ, ਕੀ ਉੱਚੀਆਂ ਗੱਲਾਂ ਆਈਆਂ ਸੀ, ਇਸ ਦੇ ਮਨ ਦੇ ਵਿੱਚ ਘਮੰਡ ਆ ਗਿਆ ਸੀਗਾ।
ਅੱਜ ਸ਼ੈਤਾਨ ਸਾਨੂੰ ਗਿਰਾਉਣ ਦੇ ਲਈ ਕਿ ਅਸੀਂ ਮਸੀਹ ਦੇ ਵਿੱਚ ਆ, ਅਸੀਂ ਗਿਰ ਜਾਈਏ, ਪਿੱਛੇ ਹਟ ਜਾਈਏ, ਮਸੀਹ ਤੋਂ ਦੂਰ ਹੋ ਜਾਈਏ, ਉਹ ਸਾਡੇ ਮਨ ਦੇ ਵਿੱਚ ਕਲਪਨਾਵਾਂ ਪਾਉਂਦਾ ਆ। ਤਾਂ ਹੀ ਸੰਤ ਪੌਲਸ ਕੀ ਕਹਿੰਦਾ ਆ, ਕਹਿੰਦਾ हर एक ऊंची बात को जो परमेश्वर की पहचान के विरोध में उठती है, हालेलुया, ਇਹ ਜਿਹੜੀਆਂ ਕਲਪਨਾ ਆ ਇਹ ਸਾਨੂੰ ਪਰਮੇਸ਼ਰ ਤੋਂ ਦੂਰ ਲੈ ਕੇ ਜਾਂਦੀਆਂ ਪਰਮੇਸ਼ਰ ਦੇ ਨਜ਼ਦੀਕ ਨਹੀਂ ਲੈ ਕੇ ਜਾਂਦੀਆਂ। ਜਿਹੜੀਆਂ ਨੈਗੇਟਿਵ ਕਲਪਨਾਵਾਂ ਹੁੰਦੀਆਂ ਆ, ਹਾਲੇਲੂਇਆ, ਕਲਪਨਾओं को हर एक ऊंची बात, ਉਹ ਉੱਚੀਆਂ ਗੱਲਾਂ, ਉੱਚੀ ਬਾਤ, ਉੱਚੀ ਬਾਤ ਦਾ ਮਤਲਬ ਕਿਹੜਾ, ਉੱਚੀ ਗੱਲ ਦਾ ਮਤਲਬ ਕੀ ਆ ਕਿ ਜਿਸ ਅਸੀਂ ਲਾਇਕ ਨਹੀਂ ਹੈਗੇ, ਜੋ ਸਾਡੀ ਹੈਸੀਅਤ ਨਹੀਂ ਹੈਗੀ, ਉਸ ਨਾਲ ਕੋਈ ਉੱਚਾ ਅਗਰ ਅਸੀਂ ਸੋਚਦੇ ਹਾਂ, ਇਹ ਉੱਚੀਆਂ ਗੱਲਾਂ ਆ। ਮੰਨ ਲਓ ਕੋਈ ਸੋਚਦਾ ਆ ਕਾਸ਼ ਮੈਂ ਬਹੁਤ ਸਾਰਾ ਜ਼ਿਆਦਾ ਅਮੀਰ ਹੁੰਦਾ, ਇੱਕ ਗਰੀਬ ਸੋਚਦਾ ਮੈਂ ਬਹੁਤ ਸਾਰਾ ਅਮੀਰ ਹੈ, ਉਹ ਇਹ ਕੀ ਆ, ਕਲਪਨਾ ਆ। ਇੱਕ ਗਰੀਬ ਇਨਸਾਨ ਸੋਚਦਾ ਮੈਂ ਅਮੀਰ ਆ, ਕਰੋੜਪਤੀ ਆ, ਲੱਖਾਂਪਤੀ ਆ। ਇੱਕ ਇਨਸਾਨ ਦੇ ਕੋਲ ਘਰ ਨਹੀਂ ਹੈਗਾ, ਉਹ ਸੋਚਦਾ ਹੈ ਕਿ ਮੈਂ ਕੀ ਕਰਦਾ, ਮੇਰੇ ਕੋਲ ਹਾਂ, ਉਹ ਕਹਿੰਦਾ ਕਿ ਮੇਰੇ ਕੋਲ ਹਾਂ ਘਰ ਹੈਗਾ ਆ, ਮੇਰੇ ਕੋਲ ਗੱਡੀ ਆ, ਬੈਂਕ ਬੈਲੈਂਸ ਆ, ਜੋ ਤਮਾਮ ਸਾਰਾ ਕੁਛ ਹੈ। ਇਹ ਕੀ ਆ, ਉੱਚੀਆਂ ਗੱਲਾਂ, ਜੋ ਉਹਦੇ ਕੋਲ ਹੈ ਹੀ ਨਹੀਂ। ਜਿਸ ਲੈਵਲ ਤੇ ਉਹ ਹੈਗਾ ਉਸ ਦੇ ਨਾਲੋਂ ਉਹ ਉੱਚਾ ਕੀ ਕਰਦਾ ਆ, ਆਪਣਾ ਉਹ ਕਰਦਾ ਆ, ਉਹ ਘਮੰਡ ਕਰਦਾ ਇਹਨਾਂ ਗੱਲਾਂ ਦਾ ਕਿ ਮੇਰੇ ਕੋਲ ਹਾਂ ਹੈਗਾ ਆ, ਜੋ ਉਸ ਦੇ ਕੋਲ ਹੈ ਹੀ ਨਹੀਂ। ਜੋ ਉਹ ਹੈਗਾ ਆ ਅਸਲ ਦੇ ਵਿੱਚ ਉਹ ਆਪਣੇ ਆਪ ਨੂੰ ਸਮਝਦਾ ਨਹੀਂ ਹੈਗਾ। ਉਹ ਇਹ ਉੱਚੀਆਂ ਗੱਲਾਂ ਆ। संत पौलुस भी कहना, कल्पनाओं का हर एक ऊंची बात का जो परमेश्वर की पहचान के विरोध में उठती है। एक इंसान की आ 10 पढ़िया वा, ओके, अपने आप ने की कहता है कि मैं BO कीती हुआ, MA कीती हुआ, ਇਹ ਕੀ ਆ, ਇਹ ਉੱਚੀਆਂ ਗੱਲਾਂ ਆ ਜਿਹੜੀਆਂ ਪਰਮੇਸ਼ਰ ਦੀ ਪਹਿਚਾਣ ਦੇ ਵਿੱਚ ਸਾਨੂੰ ਵਧਣ ਤੋਂ ਰੋਕਦੀਆਂ ਆ। ਹਾਲੇਲੂਇਆ। एक परमेश्वर के पहचान के विरोध में उठती है, उसका खंडन करते हैं। सानू भी खंडन करने की जरूरत है, खत्म करने की जरूरत है। अगर कल्पनावां साडे मन दे विच आ सकदियां आ, कल्पनावां आउंदियां रहिंदियां आ हर समय। तुसी अगर ध्यान अपने दिमाग ते दोगे तो तुसी अपने दिमाग नूं रात दे जदों तुसी सौंदे आ उस समय भी दिमाग साडा काम करदा रहिंदा। साडे दिमाग नूं सपने आने शुरू हुंदे आ ਜਦੋਂ ਰਾਤ ਨੂੰ ਸੌਂਦੇ ਆ, ਐਵੇਂ ਸਾਡਾ ਦਿਮਾਗ ਘੁੰਮਦਾ ਰਹਿੰਦਾ ਆ, ਕਿਉਂਕਿ ਸਾਨੂੰ ਆਪਣੇ ਦਿਮਾਗ ਨੂੰ ਬੰਦ ਕਰਨ ਦੀ ਲੋੜ ਹੈ, ਇਹਦਾ ਖੰਡਨ ਕਰਨ ਦੀ ਜ਼ਰੂਰਤ ਹੈ। ਇਹ ਕਲਪਨਾਵਾਂ ਬਹੁਤ ਸਾਰਿਆਂ ਨੂੰ ਜਦੋਂ ਰਾਤ ਨੂੰ ਸੌਂਦੇ ਆ, ਸਵੇਰ ਨੂੰ ਜਦੋਂ ਉੱਠਦੇ ਆ ਉਹ ਫਰੈਸ਼ ਨਹੀਂ ਹੁੰਦੇ, ਉਹਨਾਂ ਦੀ ਬੋਡੀ ਫਰੈਸ਼ ਨਹੀਂ ਹੁੰਦੀ ਹੈਗੀ। ਹਮੇਸ਼ਾ ਜਦੋਂ ਉੱਠਦੇ ਆ ਉਹ ਥਕਾਨ ਮਹਿਸੂਸ ਕਰਦੇ ਆ। ਕਿਉਂ? ਕਿਉਂਕਿ ਉਹਦਾ ਜਿਹੜਾ ਉਹਨਾਂ ਦਾ ਮਨ ਹੈ ਉਹ ਕੀ ਕਰਦਾ ਹੈ, ਚੱਲਦਾ ਰਹਿੰਦਾ ਆ। फिर की करने की जरूरत है, सानू अपने मन नू कंट्रोल करने की जरूरत है। सबसे अधिक अपने मन की रक्षा कर, बाइबल कहती है, सानू इसकी रक्षा करने की जरूरत है। हालेलुया। जदों मान लो एक असी गड्डी चलाने जां बाइक चलाने, की करते हैं असी उसनू, जदों उसनू असी यूज करके खड़ी करते हैं उसनू बंद कर देंगे हैं। इसलिए जिहड़ा साडा मन है इसनू यूज करके जदों असी रात नू सौंदे हैं इसनू बंद करने की जरूरत है। हालेलुया। ਸਾਡੇ ਦਿਮਾਗ ਦੇ ਵਿੱਚ ਉੱਠਣ ਵਾਲੇ, ਜਦੋਂ ਤੁਸੀਂ ਇਕਾਂਤ ਦੇ ਵਿੱਚ ਬੈਠੋਗੇ ਤੁਹਾਡੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਆ। ਜਦੋਂ ਤੁਸੀਂ ਪ੍ਰਾਰਥਨਾ ਦੇ ਵਿੱਚ ਬੈਠਦੇ ਆ ਤੁਹਾਡੇ ਮਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਆ ਕਿ ਨਹੀਂ ਮੈਂ ਆਹ ਕਰ ਲਵਾਂ, ਹੁਣ ਉੱਠ ਕੇ ਮੈਂ ਉਹ ਕੰਮ ਕਰ ਲਵਾਂ। ਇਹ ਕੀ ਆ? ਇਹ ਇੱਕ ਕਲਪਨਾ ਆ ਜਿਹੜੀਆਂ ਸਾਨੂੰ ਪਰਮੇਸ਼ਰ ਦੇ ਨਜ਼ਦੀਕ ਨਹੀਂ ਲੈ ਕੇ ਜਾਂਦੀਆਂ ਬਲਕਿ ਪਰਮੇਸ਼ਰ ਤੋਂ ਦੂਰ ਲੈ ਕੇ ਜਾਂਦੀਆਂ ਆ। ਹਾਲੇਲੂਇਆ। ਬਲਕਿ ਸਾਨੂੰ ਪਰਮੇਸ਼ਰ ਦੇ ਨਜ਼ਦੀਕ ਜਾਣ ਦੀ ਜ਼ਰੂਰਤ ਹੈ। ਸਾਨੂੰ ਆਪਣੇ ਦਿਮਾਗ ਨੂੰ ਸ਼ਾਂਤ ਕਰਨ ਦੀ ਜ਼ਰੂਰਤ ਹੈ। ਸਾਨੂੰ ਉਹ ਕਲਪਨਾਵਾਂ ਜਿਹੜੀਆਂ ਪਰਮੇਸ਼ਰ ਦੀ ਪਹਿਚਾਣ ਦੇ ਵਿਰੋਧ ਦੇ ਵਿੱਚ ਉੱਠਦੀਆਂ ਆ ਉਹਨਾਂ ਨੂੰ ਖਤਮ ਕਰਨ ਦੀ ਜ਼ਰੂਰਤ ਹੈ, ਖੰਡਨ ਕਰਨ ਦੀ ਜ਼ਰੂਰਤ ਹੈ। ਹਾਲੇਲੂਇਆ। ਕਿਉਂਕਿ ਲੂਸੀਫਰ ਦੇ ਮਨ ਦੇ ਵਿੱਚ ਇਹੀ ਆਇਆ ਸੀਗਾ ਕਿ ਮੈਂ ਪਰਮੇਸ਼ਰ ਤੋਂ ਵੀ ਕੀ ਕਰਾਂ, ਉੱਚਾ ਜਾਵਾਂ। ਅੱਜ ਉਹ ਲੂਸੀਫਰ ਸ਼ੈਤਾਨ ਕਹਾਉਂਦਾ ਆ। ਕਿਸ ਕਰਕੇ? ਸਿਰਫ ਉਹਨੇ ਕੀ ਕੀਤਾ, ਸੋਚਿਆ, ਕਲਪਨਾਵਾਂ ਕੀਤੀਆਂ। ਹਾਲੇਲੂਇਆ। ਇਹ ਕਲਪਨਾਵਾਂ ਸਾਨੂੰ ਜੀਵਨ ਵੱਲ ਵੀ ਲੈ ਜਾ ਸਕਦੀਆਂ, ਮੌਤ ਵੱਲ ਵੀ ਲੈ ਕੇ ਜਾ ਸਕਦੀਆਂ। ਅਗਰ ਨੈਗੇਟਿਵ ਸਾਡੇ ਮਨ ਦੇ ਵਿੱਚ ਕਲਪਨਾਵਾਂ ਆਉਂਦੀਆਂ ਆ ਕੀ ਹੁੰਦਾ ਆ, ਸਾਨੂੰ ਉਹ ਜੀਵਨ ਵੱਲ, ਅਨੰਤ ਜੀਵਨ ਵੱਲ ਵੀ ਲੈ ਕੇ ਜਾ ਸਕਦੀਆਂ ਆ।
ਅਨੰਤ ਮੌਤ ਵੱਲ ਵੀ ਲੈ ਕੇ ਜਾ ਸਕਦੀਆਂ। ਅਗਰ ਪੋਜ਼ਿਟਿਵ ਸਹੀ ਆ ਅਸੀਂ ਜੀਵਨ ਵੱਲ ਜਾਵਾਂਗੇ, ਅਗਰ ਨੈਗੇਟਿਵ ਕਲਪਨਾ ਆ ਉਹ ਸਾਨੂੰ ਮੌਤ ਵੱਲ ਲੈ ਕੇ ਜਾ ਸਕਦੀਆਂ। ਅਗਰ ਪਰਮੇਸ਼ਰ ਦੇ ਵਿਰੋਧ ਦੇ ਵਿੱਚ ਹੈ ਅਸੀਂ, ਫਿਰ ਕਿਤੇ ਨਾ ਕਿਤੇ ਅਸੀਂ ਗਲਤ ਚੱਲ ਰਹੇ ਹਾਂ। ਸਾਨੂੰ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਦੀ ਜ਼ਰੂਰਤ ਹੈ। ਹਾਲੇਲੂਇਆ। ਜਿਹੜਾ ਕਲਪਨਾਵਾਂ ਸਾਡੇ ਦਿਮਾਗ ਦੇ ਵਿੱਚ ਆਉਣ ਵਾਲੇ ਕੀ ਆ, ਵਿਚਾਰ ਹੈ। ਇੱਕ ਕਿਲਾ ਆ, ਬਾਈਬਲ ਕੀ ਕਹਿੰਦੀ ਆ, ਕਿਲਾ ਆ ਇਹ। ਹਾਲੇਲੂਇਆ। ਬਲਕਿ ਸ਼ਰੀਰ ਕੀ कहती है बाइबल, गढ़ों को ढा देने के लिए परमेश्वर के द्वारा सामर्थी है। हालेलुया। ये गढ़ की आ, एक किला आ, ये कल्पनावां भी एक किला आ ਜਿਹੜੀਆਂ ਸਾਡੇ ਅੰਦਰ ਕੰਮ ਕਰਦੀਆਂ ਆ। ਹਾਲੇਲੂਇਆ। ਸਾਨੂੰ ਆਪਣੀ ਕਲਪਨਾਵਾਂ ਉੱਤੇ ਕੰਟਰੋਲ ਕਰਨ ਦੀ ਜ਼ਰੂਰਤ ਹੈ। ਜਦੋਂ ਅਸੀਂ ਕੰਟਰੋਲ ਕਰਾਂਗੇ, ਇਹ ਕਲਪਨਾਵਾਂ ਬਹੁਤ ਵਾਰ ਦੂਸਰੇ ਇਨਸਾਨਾਂ ਦੇ ਪ੍ਰਤੀ ਵੀ ਆਉਂਦੀਆਂ, ਆਪਣੇ ਰਿਸ਼ਤੇਦਾਰ ਦੇ ਪ੍ਰਤੀ ਵੀ ਆਉਂਦੀਆਂ। ਕੋਈ ਰਿਸ਼ਤੇਦਾਰ ਸਾਨੂੰ ਕੋਈ ਛੋਟੀ ਮੋਟੀ ਗੱਲ ਕਹਿ ਦਿੰਦਾ ਆ, ਉਸ ਦੇ ਪ੍ਰਤੀ ਸਾਡਾ ਦਿਮਾਗ ਤਰ੍ਹਾਂ ਤਰ੍ਹਾਂ ਦੀਆਂ ਨੈਗੇਟਿਵ ਗੱਲਾਂ ਸੋਚਦਾ ਆ। ਇਹ ਕੀ ਆ, ਇਹ ਕਲਪਨਾ ਆ। ਇਸ ਨੂੰ ਖੰਡਨ ਕਰਨ ਦੀ ਜ਼ਰੂਰਤ ਹੈ। ਅਗਰ ਅਸੀਂ ਮਸੀਹ ਦੇ ਵਿੱਚ ਵਧਣਾ ਚਾਹੁੰਦੇ ਹਾਂ, ਪ੍ਰਭੂ ਯਿਸੂ ਮਸੀਹ ਦੇ ਵਿੱਚ ਵਧਣਾ ਚਾਹੁੰਦੇ ਹਾਂ, ਹਰ ਇੱਕ ਵਿਸ਼ਵਾਸੀ ਦੇ ਲਈ ਜ਼ਰੂਰੀ ਆ ਕਿ ਉਸ ਦੇ ਮਨ ਦੇ ਵਿੱਚ ਉੱਠਣ ਵਾਲੇ ਨੈਗੇਟਿਵ ਥਾਟਸ, ਨੈਗੇਟਿਵ ਗੱਲਾਂ ਉਹ ਆਪਣੇ ਮਨ ਦੇ ਵਿੱਚੋਂ ਕੀ ਕਰੇ, ਖਤਮ ਕਰੇ, ਕਿ ਉਹ ਮਸੀਹ ਦੇ ਵਿੱਚ, ਪ੍ਰਭੂ ਯਿਸੂ ਮਸੀਹ ਦੇ ਵਿੱਚ ਵੱਧ ਸਕੇ। ਅਗਰ ਤੁਸੀਂ ਵਧਣਾ ਚਾਹੁੰਦੇ ਆ ਪਰਮੇਸ਼ਰ ਦੇ ਵਿੱਚ, ਕੀ ਕਰਨਾ, ਆਪਣੇ ਦਿਮਾਗ ਦੇ ਵਿੱਚ ਉੱਠਣ ਵਾਲੇ ਹਰ ਸਵਾਲ ਨੂੰ, ਹੋ ਸਕਦਾ ਉਹ ਕਿਸੇ ਸੇਵਕ ਦੇ ਪ੍ਰਤੀ ਹੋਵੇ। ਅੱਜ ਬਹੁਤ ਸਾਰੇ ਲੋਕ ਸੇਵਕਾਂ ਦੇ, ਰੱਬ ਦੇ ਸੇਵਕਾਂ ਦੇ ਪ੍ਰਤੀ ਬੋਲਦੇ ਆ, ਗਲਤ ਗੱਲਾਂ ਬੋਲਦੇ ਆ। ਕਾਰਨ ਕੀ ਆ, ਉਹਨਾਂ ਦੇ ਮਨ ਦੇ ਵਿੱਚ ਕੀ ਆਉਂਦਾ ਆ, ਉਹ ਕਿੱਥੋਂ ਗੱਲਾਂ ਆਉਂਦੀਆਂ, ਉਹਨਾਂ ਦੇ ਮਨ ਦੇ ਵਿੱਚ ਗੱਲਾਂ, ਕਲਪਨਾਵਾਂ ਉੱਠਦੀਆਂ ਆ। ਇਹੋ ਜਿਹੀਆਂ ਕਲਪਨਾਵਾਂ ਨੂੰ ਖਤਮ ਕਰਨ ਦੀ ਜ਼ਰੂਰਤ ਹੈ। ਅੱਜ ਇੱਕ ਇਨਸਾਨ ਦੂਸਰੇ ਇਨਸਾਨ ਦੇ ਵਿਰੋਧ ਕਿੱਦਾਂ ਬੋਲਦਾ ਆ, ਉਹਦੇ ਮਨ ਦੇ ਵਿੱਚ ਕਲਪਨਾਵਾਂ ਉੱਠਦੀਆਂ ਆ। ਜਦੋਂ ਉਹ ਕਲਪਨਾਵਾਂ ਉੱਠਦੀਆਂ, ਉਹ ਪਾਪ ਕਰਦਾ ਹੈ ਇਨਸਾਨ। ਜਦੋਂ ਪਾਪ ਹੁੰਦਾ ਆ ਤੇ ਉਹ ਫਿਰ ਗਿਰਾਇਆ ਜਾਂਦਾ, ਜਿਸ ਤਰ੍ਹਾਂ ਲੂਸੀਫਰ ਸਵਰਗ ਦੇ ਵਿੱਚੋਂ ਗਿਰਾਇਆ ਗਿਆ। ਹਾਲੇਲੂਇਆ। ਅੱਜ ਹਰੇਕ ਵਿਸ਼ਵਾਸੀ ਨੂੰ ਆਪਣੀਆਂ ਜਿਹੜੀਆਂ ਕਲਪਨਾਵਾਂ ਆ ਉਹਨਾਂ ਉੱਤੇ ਕੰਟਰੋਲ ਕਰਨ ਦੀ ਜ਼ਰੂਰਤ ਹੈ। ਅੱਜ ਸੰਸਾਰ ਦੇ ਵਿੱਚ ਕੀ ਹੋ ਰਿਹਾ, ਇੱਕ ਇਨਸਾਨ ਦੂਸਰੇ ਇਨਸਾਨ ਦੇ ਵਿਰੋਧ ਬੋਲ ਰਿਹਾ ਆ। ਬਹੁਤ ਸਾਰੇ ਸੇਵਕਾਂ ਦੇ ਵਿਰੋਧ, ਪਾਸਟਰਾਂ ਦੇ ਵਿਰੋਧ, ਪ੍ਰੋਫਟਾਂ ਦੇ ਵਿਰੋਧ ਬੋਲ ਰਹੇ ਆ। ਕਾਰਨ ਕੀ ਆ, ਕਿ ਉਹਨਾਂ ਦੇ ਮਨ ਦੇ ਵਿੱਚ ਕਲਪਨਾਵਾਂ ਉੱਠਦੀਆਂ ਆ। ਤੁਹਾਡੇ ਮਨ ਦੇ ਵਿੱਚ ਕਿਸੇ ਦੇ ਲਈ, ਮੇਰੇ ਦੇ ਲਈ, ਕਿਸੇ ਹੋਰ ਇਨਸਾਨ ਦੇ ਲਈ, ਤੁਹਾਡੇ ਆਪਣੇ ਰਿਸ਼ਤੇਦਾਰਾਂ ਦੇ ਲਈ, ਤੁਹਾਡੇ ਆਪਣੇ ਭੈਣ ਭਰਾਵਾਂ ਦੇ ਲਈ ਕਿਹੋ ਜਿਹੀਆਂ ਅੰਦਰ ਕਲਪਨਾਵਾਂ ਉੱਠਦੀਆਂ ਮਨ ਦੇ ਵਿੱਚ, ਉਹਨਾਂ ਕਲਪਨਾਵਾਂ ਉੱਤੇ ਤੁਹਾਨੂੰ ਕਾਬੂ ਪਾਉਣ ਦੀ ਜ਼ਰੂਰਤ ਹੈ। ਹਾਲੇਲੂਇਆ। ਜਦੋਂ ਤੁਸੀਂ ਉਹਨਾਂ ਕਲਪਨਾਵਾਂ ਨੂੰ ਤੇ ਕਾਬੂ ਪਾ ਲਓਗੇ, ਜਦੋਂ ਉਹ ਤੁਹਾਡੇ ਅੰਦਰ ਉੱਠਣਗੀਆਂ, ਉਹਨੂੰ ਖਤਮ ਕਰ ਦਓਗੇ। ਉੱਠਣ ਤੋਂ ਪਹਿਲਾਂ ਹੀ ਖਤਮ ਕਰ ਦੂੰਗੇ। ਜਦੋਂ ਤੁਹਾਡੇ ਅੰਦਰ ਕੋਈ ਗੱਲ ਪਾਏਗਾ ਸ਼ੈਤਾਨ, ਤੁਹਾਡੇ ਮਨ ਦੇ ਅੰਦਰ ਕਲਪਨਾਵਾਂ, ਇਹੋ ਜਿਹੀ ਨੈਗੇਟਿਵ ਗੱਲ ਆਏਗੀ ਕਿਸੇ ਦੇ ਲਈ, ਉਸ ਨੂੰ ਤੁਸੀਂ ਖਤਮ ਕਰੋਗੇ, ਤਾਂ ਤੁਸੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਵਧੋਗੇ। ਹਾਲੇਲੂਇਆ। ਫਿਰ ਤੁਸੀਂ ਇੱਕ ਪਵਿੱਤਰਤਾਈ ਵਾਲਾ ਜੀਵਨ ਵੀ ਜੀਓਗੇ, ਤੇ ਤੁਹਾਡਾ ਜਿਹੜਾ ਆਤਮਿਕ ਜੀਵਨ ਹੈ ਉਹ ਦਿਨ ਪ੍ਰਤੀ ਦਿਨ ਵਧੇਗਾ। ਆਮੀਨ। ਹਾਲੇਲੂਇਆ। ਪਰਮੇਸ਼ਰ, ਜਦੋਂ ਅਸੀਂ ਭਜਨ ਸਹਾਇਤਾ ਉਹਦਾ 94 ਅਧਿਆਇ ਉਹਦੀ 11 ਆਇਤ ਪੜ੍ਹਦੇ ਹਾਂ, ਤਾਂ ਉੱਥੇ ਲਿਖਿਆ ਵਾ, ਯਹੋਵਾ ਮਨੁੱਖ ਦੀਆਂ ਕਲਪਨਾਵਾਂ ਨੂੰ ਕੀ ਕਰਦਾ ਆ, ਜਾਣਦਾ ਆ। ਹਾਲੇਲੂਇਆ। ਤੇ ਪਰਮੇਸ਼ਰ ਸਾਡੀਆਂ ਅੰਦਰ ਜਿਹੜੀਆਂ ਉੱਠਦੀਆਂ ਕਲਪਨਾਵਾਂ ਆ ਉਹਨਾਂ ਨੂੰ ਕੀ ਕਰਦਾ ਆ, ਜਾਣਦਾ ਆ। ਪਰਮੇਸ਼ਰ ਸਾਡੇ ਮਨ ਵਿੱਚ ਆਪਣੇ ਵਿਚਾਰ ਪਾਉਣਾ ਚਾਹੁੰਦਾ ਆ। ਪਰਮੇਸ਼ਰ ਵੀ ਸਾਡੇ ਮਨ ਦੇ ਵਿੱਚ ਆਪਣੇ ਵਿਚਾਰ, ਆਪਣੀਆਂ ਗੱਲਾਂ ਪਾਉਣਾ ਚਾਹੁੰਦਾ ਆ। ਅਸੀਂ ਪਰਮੇਸ਼ਰ ਦੇ ਵਿਚਾਰਾਂ ਨੂੰ ਕਿਸ ਤਰ੍ਹਾਂ ਜਾਣਨਾ, ਪਰਮੇਸ਼ਰ ਦੀਆਂ ਗੱਲਾਂ ਨੂੰ ਕਿਸ ਤਰ੍ਹਾਂ ਜਾਣਨਾ ਆ। ਸਭ ਤੋਂ ਪਹਿਲਾਂ ਸਾਡੇ ਜਿਹੜੇ ਖੁਦ ਦੇ ਮਨ ਦੇ ਵਿੱਚ ਕਲਪਨਾਵਾਂ ਉੱਠਦੀਆਂ ਆ, ਉਹਨਾਂ ਨੂੰ ਕੀ ਕਰਨ ਦੀ ਜ਼ਰੂਰਤ ਹੈ, ਖੰਡਨ ਕਰਨ ਦੀ ਜ਼ਰੂਰਤ ਹੈ, ਖਤਮ ਕਰਨ ਦੀ ਜ਼ਰੂਰਤ ਹੈ। ਅਗਰ ਤੁਸੀਂ ਭਰੀ ਹੋਈ ਚੀਜ਼ ਦੇ ਵਿੱਚ, ਭਰੇ ਹੋਏ ਬਰਤਨ ਦੇ ਵਿੱਚ ਕੁਝ ਪਾਓਗੇ, ਉਹਦੇ ਵਿੱਚ ਨਹੀਂ ਪਏਗਾ। ਅਗਰ ਤੁਸੀਂ ਭਰੇ ਹੋਏ ਬਰਤਨ ਦੇ ਵਿੱਚ ਕੁਝ ਪਾਉਣਾ ਹੈ ਤਾਂ ਉਹਨੂੰ ਖਾਲੀ ਕਰਨਾ ਪਏਗਾ। ਜਿਹੜਾ ਸਾਡਾ ਮਨ ਹੈ, ਉਸ ਦੀਆਂ ਕਲਪਨਾਵਾਂ ਨੂੰ ਖਤਮ ਕਰਨਾ ਪਏਗਾ, ਕਿ ਪਰਮੇਸ਼ਰ ਦੀ ਕਲਪਨਾਵਾਂ, ਪਰਮੇਸ਼ਰ ਦੀ ਯੋਜਨਾ ਸਾਡੇ ਅੰਦਰ ਆ ਸਕੇ, ਤੇ ਪਰਮੇਸ਼ਰ ਦੀ ਅਸੀਂ ਯੋਜਨਾ ਨੂੰ ਜਾਣ ਸਕੀਏ, ਪਰਮੇਸ਼ਰ ਦੀਆਂ ਗੱਲਾਂ ਨੂੰ ਅਸੀਂ ਜਾਣ ਸਕੀਏ, ਪਰਮੇਸ਼ਰ ਦੇ ਵਿੱਚ ਵੱਧ ਸਕੀਏ। ਤਾਂ ਕੀ ਕਰਨ ਦੀ ਜ਼ਰੂਰਤ ਹੈ, ਸਾਨੂੰ ਆਪਣੇ ਮਨ ਨੂੰ ਪਰਮੇਸ਼ਰ ਦੇ ਅਧੀਨ ਲੈ ਕੇ ਆਉਣ ਦੀ, ਤੇ ਪਰਮੇਸ਼ਰ ਦੇ ਵਚਨ ਦੇ ਨਾਲ ਭਰਨ ਦੀ ਜ਼ਰੂਰਤ ਹੈ। ਬਹੁਤ ਵਾਰ ਕੀ ਹੁੰਦਾ ਆ, ਅਸੀਂ ਬਾਈਬਲ ਜਾਣਦੇ ਹਾਂ, ਸਾਰਾ ਕੁਝ ਜਾਣਦੇ ਆ, ਬਾਈਬਲ ਜਾਣਦੇ ਆ, ਪ੍ਰਾਰਥਨਾ ਕਰਦੇ ਆ, ਪਰ ਅਸੀਂ ਇਹ ਗੱਲ ਨਹੀਂ ਜਾਣਦੇ ਕਿ ਸ਼ੈਤਾਨ ਜਿਹੜਾ ਆ ਉਹ ਕਿੱਥੇ ਅਟੈਕ ਕਰਦਾ ਆ। ਜਿਹੜਾ ਲੂਸੀਫਰ ਦੇ ਇਹ ਗੱਲਾਂ ਕਿੱਥੋਂ ਆਈਆਂ,
ਜਿਸ ਨੂੰ ਅੱਜ ਅਸੀਂ ਸ਼ੈਤਾਨ ਕਹਿੰਦੇ ਆ। ਅੱਜ ਅਸੀਂ ਲੂਸੀਫਰ ਦਾ ਨਾਮ ਲੈਂਦੇ ਹਾਂ। ਲੂਸੀਫਰ ਜਦੋਂ ਨਾਮ ਲੈਂਦੇ ਹਾਂ, ਲੂਸੀਫਰ ਦਾ ਨਾਮ ਲੈਂਦੇ ਹਾਂ, ਉਸ ਨਾਮ ਨੂੰ ਲੈਣ ਦੇ ਲਈ ਜਦੋਂ ਅਸੀਂ ਲੈਂਦੇ ਹਾਂ ਤਾਂ ਸਾਨੂੰ ਹੋਰ ਤਰ੍ਹਾਂ ਦਾ ਹੁੰਦਾ ਆ, ਸਾਨੂੰ ਅੱਛੀ ਫੀਲਿੰਗ ਨਹੀਂ ਹੁੰਦੀ ਹੈਗੀ। ਕਿਉਂ? ਕਿਉਂਕਿ ਇੱਕ ਸਮਾਂ ਸੀਗਾ, ਕਿਉਂਕਿ ਉਹ ਅੱਛਾ ਸੀਗਾ, ਪਰ ਉਹਦੀਆਂ ਜਿਹੜੀਆਂ ਕਲਪਨਾਵਾਂ ਨੇ ਉਸ ਨੂੰ ਕੀ ਕਰ ਦਿੱਤਾ? ਸ਼ੈਤਾਨ ਬਣਾ ਦਿੱਤਾ। ਹਾਲੇਲੂਇਆ। ਤੇ ਪਰਮੇਸ਼ਰ ਨੇ ਇਹ ਕਲਪਨਾਵਾਂ ਦੇ ਉੱਤੇ ਤੁਹਾਨੂੰ ਜਿੱਤ ਦਿੱਤੀ ਆ, ਤੇ ਤੁਸੀਂ ਆਪਣੀਆਂ ਕਲਪਨਾਵਾਂ ਦੇ ਉੱਤੇ ਜਿੱਤ ਪਾ ਕੇ ਮਸੀਹ ਦੇ ਵਿੱਚ ਵੱਧ ਸਕਦੇ ਆ, ਪਰਮੇਸ਼ਰ ਦੇ ਵਿੱਚ ਵੱਧ ਸਕਦੇ ਆ। ਤੇ ਅੱਜ ਲੋਕ ਬਿਮਾਰ ਕਿਉਂ ਹੁੰਦੇ ਆ, ਲਾਚਾਰ ਕਿਉਂ ਹੁੰਦੇ ਆ? ਕਿ ਉਹਨਾਂ ਦੇ ਮਨ ਦੇ ਵਿੱਚ ਜਿਹੜੀਆਂ ਕਲਪਨਾਵਾਂ, ਨੈਗੇਟਿਵ ਥੋਟਸ ਚੱਲਦੇ ਰਹਿੰਦੇ ਆ। ਇਸ ਕਰਕੇ ਉਹਨਾਂ ਦਾ ਕੀ ਹੁੰਦਾ ਆ, ਉਹਨੂੰ ਟੈਨਸ਼ਨ ਰਹਿੰਦੀ ਆ, ਤੇ ਉਹਨਾਂ ਦੇ ਦਿਮਾਗ ਦੇ ਵਿੱਚ ਦਿਮਾਗ ਦੇ ਪ੍ਰਤੀ ਉਹ ਆਪਣੇ ਚਿੰਤਤ ਰਹਿੰਦੇ ਆ, ਉਹ ਬਿਮਾਰੀ ਦੇ ਵਿੱਚ ਰਹਿੰਦੇ ਆ। ਜ਼ਿਆਦਾਤਰ ਕੀ ਆ, ਦਿਮਾਗ ਦੇ ਵਿੱਚ ਜਿਹੜੀਆਂ ਉੱਠਣ ਵਾਲੀਆਂ ਬੇਫਜ਼ੂਲ ਦੀਆਂ ਗੱਲਾਂ ਆ ਉਹ ਉਹਨਾਂ ਦੇ ਅੰਦਰ ਚੱਲਦੀਆਂ, ਜਿਸ ਦੇ ਕਾਰਨ ਉਹ ਸਰੀਰਕ ਮੈਂਟਲੀ ਅਪਸੈਟ ਰਹਿੰਦੇ ਆ। ਇਸ ਕਰਕੇ ਉਹ ਜਿੰਨੀਆਂ ਵੀ ਦਿਮਾਗ ਦੀਆਂ ਪ੍ਰੋਬਲਮ ਹੈ, ਮਾਨਸਿਕ ਪ੍ਰੋਬਲਮਸ ਹੈ, ਉਹ ਇਸ ਕਰਕੇ ਆਉਂਦੀਆਂ ਕਿ ਜਿਹੜੀਆਂ ਸਾਡੇ ਅੰਦਰ ਕਲਪਨਾਵਾਂ ਉੱਠਦੀਆਂ ਆ। ਜਦੋਂ ਅਸੀਂ ਪਰਮੇਸ਼ਰ ਦੀ ਸਾਮਰਥ ਦੁਆਰਾ ਆਪਣੇ ਆਪ ਨੂੰ ਪਵਿੱਤਰ ਆਤਮਾ ਦੇ ਅਧੀਨ ਕਰਾਂਗੇ, ਆਪਣੇ ਮਨ ਦੇ ਵਿੱਚ ਉੱਠਣ ਵਾਲੇ ਖਿਆਲਾਂ ਨੂੰ ਕੰਡਮ ਕਰ ਦੇਵਾਂਗੇ, ਖਤਮ ਕਰ ਦੇਵਾਂਗੇ, ਤਾਂ ਅਸੀਂ ਮਸੀਹ ਦੇ ਵਿੱਚ ਵੱਧ ਪਾਵਾਂਗੇ। ਹਾਲੇਲੂਇਆ। ਤੇ ਜ਼ਰੂਰੀ ਆ ਕਿ ਅਸੀਂ ਆਪਣੀਆਂ ਕਲਪਨਾਵਾਂ ਉੱਤੇ ਕੀ ਪਾ ਸਕੀਏ? ਜਿੱਤ ਪਾ ਸਕੀਏ। और हर एक भावना को कैद करके मसीह का आज्ञाकार बना देंगे। भावनावां, फीलिंग इच्छावां साडे अंदर उठदियां आ। बहुत सारे ਦੇ ਅੰਦਰ ਕੀ ਹੁੰਦੀਆਂ? ਇੱਛਾਵਾਂ ਉੱਠਦੀਆਂ, ਕੁਝ ਗਲਤ ਕਰਨ ਦੀਆਂ ਕਈ ਵਾਰ ਉੱਠਦੀਆਂ, ਕੁਝ ਚੰਗਾ ਕਰਨ ਦੀਆਂ ਉੱਠਦੀਆਂ। ਉਹ ਫੀਲਿੰਗਾਂ ਜਿਹੜੀਆਂ ਦੂਸਰੇ ਦੇ ਪ੍ਰਤੀ ਗਲਤ ਕਰਨ ਦੀਆਂ ਉੱਠਦੀਆਂ ਆ, ਦੂਸਰੇ ਦੇ ਪ੍ਰਤੀ ਕੁੜਕੜਾਉਂਦੀਆਂ ਆ, ਦੂਸਰੇ ਦੇ ਪ੍ਰਤੀ ਸਾਨੂੰ ਬੋਲਣ ਦੇ ਲਈ ਮਜਬੂਰ ਕਰਦੀਆਂ, ਇਹੋ ਜਿਹੀਆਂ ਕਲਪਨਾਵਾਂ, ਇਹੋ ਜਿਹੀਆਂ ਫੀਲਿੰਗਾਂ ਨੂੰ ਖਤਮ ਕਰਨ ਦੀ ਜ਼ਰੂਰਤ ਆ। ਹਰ ਇੱਕ ਉੱਚੀ ਗੱਲ ਜਿੰਨੇ ਹੈਗੇ ਆ ਉਸ ਨਾਲੋਂ ਵੀ ਵੱਧ ਅਸੀਂ ਕਰਕੇ ਦੱਸਦੇ ਆ, ਇਹ ਉੱਚੀਆਂ ਗੱਲਾਂ ਆ। ਜਿੰਨੇ ਜੋਗੇ ਅਸੀਂ ਹੈਗੇ ਆ ਉਸ ਨਾਲੋਂ ਵੀ ਉੱਚੀਆਂ, ਉਸ ਨਾਲੋਂ ਉੱਚਾ ਸਮਝਦੇ ਆ, ਦੂਸਰੇ ਅੱਗੇ ਆਪਣੇ ਆਪ ਨੂੰ ਮਹਾਨ ਪੇਸ਼ ਕਰਦੇ ਆ ਕਿ ਮੇਰੇ ਜਿੰਨਾ ਕੋਈ ਗਿਆਨਵਾਨ ਨਹੀਂ, ਮੇਰੇ ਜਿੰਨਾ ਕੋਈ ਨੌਲੇਜ ਨਹੀਂ ਰੱਖਦਾ। ਇਹ ਜਿਹਾ ਘਮੰਡ ਸਾਨੂੰ ਗਿਰਾਉਂਦਾ ਇਨਸਾਨ ਨੂੰ। ਇਹ ਜਿਹੀਆਂ ਕਲਪਨਾਵਾਂ ਕੀ ਕਰਦੀਆਂ? ਇਨਸਾਨ ਨੂੰ ਗਿਰਾਉਂਦੀਆਂ ਆ। ਤੇ ਇਹੋ ਜਿਹੀਆਂ ਕਲਪਨਾਵਾਂ ਤੋਂ, ਇਹੋ ਜਿਹੀਆਂ ਘਮੰਡ ਤੋਂ, ਇਹੋ ਜਿਹੇ ਹੰਕਾਰ ਤੋਂ, ਇਹੋ ਜਿਹੀਆਂ ਉੱਚੀਆਂ ਗੱਲਾਂ ਤੋਂ, ਇਹੋ ਜਿਹੀਆਂ ਇੱਛਾਵਾਂ ਤੋਂ, ਸਾਨੂੰ ਫੀਲਿੰਗਸ ਤੋਂ ਬਚਣ ਦੀ ਜ਼ਰੂਰਤ ਹੈ ਕਿ ਅਸੀਂ ਮਸੀਹ ਦੇ ਵਿੱਚ ਵੱਧਦੇ ਜਾਈਏ। ਕਿਉਂਕਿ ਬਾਈਬਲ ਸਪਸ਼ਟ ਕਹਿੰਦੀ ਆ, ਇਹ ਸਾਨੂੰ ਕੀ ਕਰਦੀ ਆ? ਪਰਮੇਸ਼ਰ ਦੇ ਪਹਿਚਾਨ ਕੇ ਵਿਰੋਧ ਦੇ ਵਿੱਚ ਉੱਠਦੀ ਹੈ। ਇਹ ਗੱਲਾਂ ਅਗਰ ਇੱਕ ਇਨਸਾਨ ਦੇ ਅੰਦਰ ਹੈ, ਅਸੀਂ ਪਰਮੇਸ਼ਰ ਦੇ ਪਹਿਚਾਨ ਦੇ ਵਿੱਚ ਵੱਧ ਨਹੀਂ ਸਕਦੇ। ਅਗਰ ਤੁਸੀਂ ਪਰਮੇਸ਼ਰ ਦੀ ਪਹਿਚਾਨ ਦੇ ਵਿੱਚ ਵਧਣਾ ਚਾਹੁੰਦੇ ਆ ਤਾਂ ਤੁਸੀਂ ਆਪਣੀਆਂ ਕਲਪਨਾਵਾਂ ਉੱਤੇ, ਆਪਣੇ ਇਮੋਸ਼ਨਸ ਉੱਤੇ, ਆਪਣੇ ਅੰਦਰ ਹਰ ਉਹ ਇੱਕ ਗੱਲ ਜਿਹੜੀ ਉੱਠਦੀ ਆ ਉਸ ਉੱਤੇ ਕੀ ਕਰਨ ਦੀ ਜ਼ਰੂਰਤ ਹੈ? ਤੁਹਾਨੂੰ ਜਿੱਤ ਪਾਉਣ ਦੀ ਜ਼ਰੂਰਤ ਹੈ। ਮਸੀਹ ਦਾ ਉਹਨੂੰ ਆਗਿਆਕਾਰ ਬਣਾਉਣ ਦੀ ਜ਼ਰੂਰਤ ਹੈ। ਹਾਲੇਲੂਇਆ। ਪਰਮੇਸ਼ਰ ਇਹਨਾਂ ਵਚਨਾਂ ਤੇ ਤੁਹਾਨੂੰ ਆਸ਼ੀਸ਼ ਦੇਵੇ। ਸਾਰਿਆਂ ਨੂੰ ਜੈ ਮਸੀਹ ਦੀ। ਗੋਡ ਬਲੈਸ ਯੂ।